सर हमें मेन डिग्री से इशू है क्योंकि हमारे पास ना आईएनसी की रजिस्ट्रेशन है ना पीएनआरसी की रजिस्ट्रेशन है, सो दैट्स द मेन इशू। ਅੱਜ ਜੋ ਇੱਥੇ ਜੋ ਇਮੀਡੀਏਟ ਕਾਰਨ ਸੀਗਾ ਉਹ ਇੱਥੇ ਨੈਕ ਦੀ ਇਨਸਪੈਕਸ਼ਨ ਸੀ। ਤਾਂ ਇਹ ਬੱਚਿਆਂ ਨੇ ਪ੍ਰੋਟੈਸਟ ਕੀਤਾ ਕਿ ਅਸੀਂ ਇਨਸਪੈਕਸ਼ਨ ਨਹੀਂ ਹੋਣ ਦੇਣਾ ਚਾਹੁੰਦੇ जब तक साढ़े मसले हल नहीं होते। प्रमोट करने पहले आप लोगों को पहले बॉयज गर्ल्स इकट्ठे पढ़ते थे वो अलग किया गया। हमने एग्जाम भी साथ दिया, हाँ हमने यहाँ पे एग्जाम भी दिया 1.5 साल साथ में। ਇਹ ਗੱਲ ਤਾਂ ਜੀ ਮੈਂ ਗੱਲ ਕਲੈਰੀਫਾਈ ਕਰਨਾ ਚਾਹੂੰਗੀ ਕਿ ਕੋਈ ਯੂਜ਼ ਆਫ ਫੋਰਸ ਨਹੀਂ ਹੋਈ ਹੈ। ਜੋ ਅੱਜ ਮਸਲਾ ਹੋਇਆ ਸੀਗਾ ਉਹਦਾ ਕਾਰਨ ਇਹ ਹੈ ਕਿ ਦੇਸ਼ ਭਗਤ ਇੰਸਟੀਚਿਊਟ ਆਫ ਨਰਸਿੰਗ ਹੈ ਜਿਹਦੇ ਵਿੱਚ 56 ਕੁੜੀਆਂ ਜਿਹੜੀਆਂ ਨੇ ਉਹ ਪੜ੍ਹ ਰਹੀਆਂ ਸੀਗੀਆਂ। ਉਹਨਾਂ ਨੂੰ ਇਹਨਾਂ ਨੇ ਇੱਕ ਸਰਦਾਰ ਲਾਲ ਸਿੰਘ ਇੰਸਟੀਚਿਊਟ ਆਫ ਨਰਸਿੰਗ ਕ੍ਰੀਏਟ ਕਰਕੇ ਉਹਨਾਂ ਨੂੰ ਉਹਦੇ 'ਚ ਸ਼ਿਫਟ ਕਰਤਾ ਤੇ ਕਈ ਨਈ ਐਡਮਿਸ਼ਨਸ ਇਹਨਾਂ ਨੇ ਦੇਸ਼ ਭਗਤ ਇੰਸਟੀਚਿਊਟ ਆਫ ਨਰਸਿੰਗ 'ਚ ਲੈ ਲਈਆਂ। फिर हमें पता चलता है कि एस कॉलेज बना रहे, ना जिसकी पीएनआरसी है ना आईएनसी है, कोई रजिस्ट्रेशन है ही नहीं। ਜਿਹੜਾ ਪੱਤਰ ਵਿਹਾਰ ਪਹਿਲਾਂ ਵੀ ਡੀਸੀ ਸਾਹਿਬ ਵੱਲੋਂ ਕੀਤਾ ਗਿਆ ਤੇ ਅਸੀਂ ਉਹਨੂੰ ਟੇਕ ਅਪ ਕਰ ਰਹੇ ਹਾਂ ਤੇ ਇਹਨਾਂ ਦਾ ਮਸਲਾ ਅਸੀਂ ਪੀਸਫੁਲੀ ਸੌਰਟ ਆਊਟ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਇਸ ਸਾਰੇ ਮਸਲੇ ਨੂੰ ਬੜੀ ਸੰਜੀਦਗੀ ਦੇ ਨਾਲ ਪੁਲਿਸ ਵੱਲੋਂ ਵੀ ਲਿਆ ਗਿਆ। ਇਸ ਵਕਤ ਮੇਰੇ ਨਾਲ ਐਸਐਸਪੀ ਫਤਿਹਗੜ੍ਹ ਸਾਹਿਬ ਮੌਜੂਦ ਨੇ। ਮੈਂ ਇਸ ਨੂੰ ਜਿਹੜਾ ਇਹ ਵਿਵਾਦ ਇੰਨਾ ਵੱਧ ਕਿਉਂ ਗਿਆ ਕਿ ਲਾਠੀਚਾਰਜ ਕਰਨ ਤੱਕ ਦੀ ਨੌਬਤ ਆ ਜਾਂਦੀ ਹੈ ਤੇ ਇਹਨਾਂ ਦਾ ਅਸਲ ਦੇ ਵਿੱਚ ਰੌਲਾ ਕੀ ਹੈ ਕਿ ਇਹਨਾਂ ਨੂੰ ਪ੍ਰੋਟੈਸਟ ਤੇ ਕਿਉਂ ਬੈਠਣਾ ਪਿਆ? ਪਹਿਲੀ ਗੱਲ ਤਾਂ ਜੀ ਮੈਂ ਗੱਲ ਕਲੈਰੀਫਾਈ ਕਰਨਾ ਚਾਹੂੰਗੀ ਕਿ ਕੋਈ ਯੂਜ਼ ਆਫ ਫੋਰਸ ਨਹੀਂ ਹੋਈ ਹੈ। ਜੋ ਅੱਜ ਮਸਲਾ ਹੋਇਆ ਸੀਗਾ ਉਹਦਾ ਕਾਰਨ ਇਹ ਹੈ ਕਿ ਦੇਸ਼ ਭਗਤ ਇੰਸਟੀਚਿਊਟ ਆਫ ਨਰਸਿੰਗ ਹੈ ਜਿਹਦੇ ਵਿੱਚ 56 ਕੁੜੀਆਂ ਜਿਹੜੀਆਂ ਨੇ ਉਹ ਪੜ੍ਹ ਰਹੀਆਂ ਸੀਗੀਆਂ। ਉਹਨਾਂ ਨੂੰ ਇਹਨਾਂ ਨੇ ਇੱਕ ਸਰਦਾਰ ਲਾਲ ਸਿੰਘ ਇੰਸਟੀਚਿਊਟ ਆਫ ਨਰਸਿੰਗ ਕ੍ਰੀਏਟ ਕਰਕੇ ਉਹਨਾਂ ਨੂੰ ਉਹਦੇ 'ਚ ਸ਼ਿਫਟ ਕਰਤਾ ਤੇ ਕਈ ਨਈ ਐਡਮਿਸ਼ਨਸ ਇਹਨਾਂ ਨੇ ਦੇਸ਼ ਭਗਤ ਇੰਸਟੀਚਿਊਟ ਆਫ ਨਰਸਿੰਗ 'ਚ ਲੈ ਲਈਆਂ। ਤੇ ਕੁੜੀਆਂ ਦੀ ਕਾਫੀ ਸਮੇਂ ਤੋਂ ਇਹ ਮੰਗ ਸੀਗੀ ਕਿ ਸਾਨੂੰ ਦੇਸ਼ ਭਗਤ ਇੰਸਟੀਚਿਊਟ ਆਫ ਨਰਸਿੰਗ ਦੇ ਵਿੱਚ ਹੀ ਐਡਮਿਸ਼ਨ ਦੁਬਾਰਾ ਦਿੱਤੀ ਜਾਏ। ਇਸ ਗੱਲ ਦੇ ਵਿੱਚ ਤਕਰੀਬਨ 10-12 ਦਿਨ ਤੋਂ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਇਹਨਾਂ ਨਾਲ ਗੱਲਬਾਤ ਕਰ ਰਿਹਾ ਸੀ। ਅੱਜ ਜੋ ਇੱਥੇ ਜੋ ਇਮੀਡੀਏਟ ਕਾਰਨ ਸੀਗਾ ਉਹ ਇੱਥੇ ਨੈਕ ਦੀ ਇਨਸਪੈਕਸ਼ਨ ਸੀ। ਤਾਂ ਇਹ ਬੱਚਿਆਂ ਨੇ ਪ੍ਰੋਟੈਸਟ ਕੀਤਾ ਕਿ ਅਸੀਂ ਇਨਸਪੈਕਸ਼ਨ ਨਹੀਂ ਹੋਣ ਦੇਣਾ ਚਾਹੁੰਦੇ ਜਦ ਤੱਕ ਸਾਡੇ ਮਸਲੇ ਹੱਲ ਨਹੀਂ ਹੁੰਦੇ। ਤੇ ਉਸ ਦੇ ਮੱਦੇਨਜ਼ਰ ਇੱਥੇ ਪੁਲਿਸ ਪ੍ਰੈਜ਼ੈਂਟ ਸੀਗੀ ਐਂਡ ਮੈਂ ਦੁਬਾਰਾ ਦੱਸਣਾ ਚਾਹੂੰਗੀ ਕਿ ਕਿਸੇ ਤਰੀਕੇ ਦੀ ਯੂਜ਼ ਆਫ ਫੋਰਸ ਨਹੀਂ ਹੋਈ ਹੈ। ਇੱਥੇ ਅਟਮੋਸਟ ਰਿਸਟ੍ਰੇਨਡ ਐਕਸਰਸਾਈਜ਼ ਕੀਤਾ ਗਿਆ। ਸਾਰੇ ਸਾਡੇ ਆਪਦੇ ਬੱਚੇ ਨੇ। ਸਟੂਡੈਂਟਸ ਨੂੰ ਬਾਰ-ਬਾਰ ਤੁਸੀਂ ਜੇ ਦੇਖੋਗੇ ਪੁਲਿਸ ਵੱਲੋਂ ਅਪੀਲ ਕੀਤੀ ਗਈ ਹੈ ਕਿ ਤੁਸੀਂ ਜਿਹੜਾ ਹੈਗਾ ਇੱਥੇ ਕਿਸੇ ਤਰੀਕੇ ਦਾ ਲਾਅ ਐਂਡ ਆਰਡਰ ਖਰਾਬ ਨਾ ਕਰੋ। ਤੇ ਅੱਜ ਵੀ ਇਹਨਾਂ ਨੂੰ ਸਾਡੇ ਵੱਲੋਂ ਇਹੀ ਆਸ਼ਵਾਸਨ ਦਿੱਤਾ ਗਿਆ ਕਿ ਜੋ ਵੀ ਇਹਨਾਂ ਦੀਆਂ ਜਾਇਜ਼ ਮੰਗਾਂ ਨੇ ਤੇ ਡੀਸੀ ਸਾਹਿਬ ਦੇ ਥਰੂ ਅਸੀਂ ਨਰਸਿੰਗ ਕਾਉਂਸਲ ਤੱਕ ਪਹੁੰਚਾਈਆਂ ਨੇ। ਪਰ ਬੱਚੀਆਂ ਬੜੀਆਂ ਕਰੋਧ ਦੇ ਵਿੱਚ ਨਜ਼ਰ ਆਈਆਂ, ਪੁਲਿਸ ਦੇ ਨਾਲ ਵੀ ਹੱਥੋਂ ਪਾਈ ਹੁੰਦੀ ਹੋਈ ਨਜ਼ਰ ਆਈ। ਉਹਦਾ ਕੀ ਕਾਰਨ ਬਣਿਆ? ਕਿਉਂ ਉਹਨਾਂ ਨੂੰ ਇੰਨਾ ਜਿਹੜਾ ਕਰੋਧ ਦੇ ਵਿੱਚ ਦੇਖਿਆ ਗਿਆ? ਅਸਲ ਦੇ ਵਿੱਚ ਜੋ ਕੁਝ ਜਿਹੜੇ ਨੈਕ ਦੇ ਇੱਥੇ ਇੰਸਪੈਕਟਿੰਗ ਮੈਂਬਰ ਸੀਗੇ ਉਹਨਾਂ ਨੂੰ ਜਿਹੜਾ ਅਸੀਂ ਯੂਨੀਵਰਸਿਟੀ ਤੋਂ ਬਾਹਰ ਕੱਢ ਰਹੇ ਸੀਗੇ। ਤਾਂ ਉਸ ਟਾਈਮ ਦੇ ਵਿੱਚ ਦੇਵਰ ਉਹ ਪ੍ਰੋਟੈਸਟ ਕਰ ਰਹੇ ਸੀ ਤੇ ਪਰ ਮੈਂ ਦੁਬਾਰਾ ਕਹਿ ਰਹੀ ਹਾਂ ਕਿ ਕੋਈ ਯੂਜ਼ ਆਫ ਫੋਰਸ ਨਹੀਂ ਹੋਈ। ਸਿਰਫ ਉਹ ਜਿਹੜੇ ਇੰਸਪੈਕਟਿੰਗ ਮੈਂਬਰ ਸੀਗੇ ਉਹਨਾਂ ਨੂੰ ਯੂਨੀਵਰਸਿਟੀ ਪ੍ਰੈਮਾਈਸਿਸ ਤੋਂ ਬਾਹਰ ਕੱਢਿਆ ਗਿਆ ਪੁਲਿਸ ਵੱਲੋਂ ਤਾਂ ਕਿ ਉਹਨਾਂ ਦੇ ਉੱਤੇ ਕੋਈ ਉਹ ਨਾ ਹੋਵੇ। ਪੁਲਿਸ ਮੁਲਾਜ਼ਮਾਂ ਦੇ ਵੀ ਕੋਈ ਸੱਟਾਂ ਵਗੈਰਾ ਕੁਛ ਆਈਆਂ? ਅਸੀਂ ਪੂਰੀ ਸਿਚੁਏਸ਼ਨ ਨੂੰ ਅਸੈਸ ਕਰ ਰਹੇ ਹਾਂ ਜੀ। ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੂੰਗੀ ਕਿ ਹੁਣ ਫਿਲਹਾਲ ਸਿਚੁਏਸ਼ਨ ਇੱਥੇ ਪੀਸਫੁਲ ਹੈ। ਯੂਨੀਵਰਸਿਟੀ ਦੇ ਤੁਸੀਂ ਵੀ ਇੱਥੇ ਖੜੋ, ਇੱਥੇ ਮਾਹੌਲ ਪੀਸਫੁਲ ਹੈ। ਅਗੇਨ ਇਹ ਸਾਡੇ ਆਪਦੇ ਬੱਚੇ ਨੇ। ਅਸੀਂ ਅਟਮੋਸਟ ਰਿਸਟ੍ਰੇਨਡ ਐਕਸਰਸਾਈਜ਼ ਕੀਤਾ ਹੈ ਤੇ ਸਾਡਾ ਹੁਣ ਵੀ ਏਜੰਡਾ ਇਹੀ ਹੈ ਕਿ ਉਹਨਾਂ ਨਾਲ ਗੱਲਬਾਤ ਕੀਤੀ ਜਾਏ। ਜੋ ਇਹਨਾਂ ਦੇ ਟੈਕਨੀਕਲ ਇਸ਼ੂਜ਼ ਨੇ ਯੂਨੀਵਰਸਿਟੀ ਦੇ ਨਾਲ, ਨਰਸਿੰਗ ਕਾਉਂਸਲ ਦੇ ਨਾਲ ਜੋ ਸੰਬੰਧਿਤ ਨੇ, ਉਹਦੇ ਬਾਰੇ ਜਿਹੜਾ ਪੱਤਰ ਵਿਹਾਰ ਪਹਿਲਾਂ ਵੀ ਡੀਸੀ ਸਾਹਿਬ ਵੱਲੋਂ ਕੀਤਾ ਗਿਆ ਤੇ ਅਸੀਂ ਉਹਨੂੰ ਟੇਕ ਅਪ ਕਰ ਰਹੇ ਹਾਂ ਤੇ ਇਹਨਾਂ ਦਾ ਮਸਲਾ ਅਸੀਂ ਪੀਸਫੁਲੀ ਸੌਰਟ ਆਊਟ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਬੜੀ ਜਲਦੀ ਇਸ ਇਸ਼ੂ ਨੂੰ ਐਡਰੈਸ ਕਰਦੇ ਹੋਏ ਪੁਲਿਸ ਨੇ ਬੜੀ ਸੰਜੀਦਗੀ ਦੇ ਨਾਲ ਸਾਰੀ ਸਿਚੁਏਸ਼ਨ ਨੂੰ ਜਿਹੜਾ ਠੀਕ ਕੀਤਾ। ਇਸ ਤੋਂ ਇਲਾਵਾ ਪਰ ਹਲੇ ਵੀ ਬੱਚੇ ਵਿਦਿਆਰਥੀ ਨੇ ਜਿਹੜੇ ਉਹ ਸੜਕ ਤੇ ਬੈਠੇ ਨੇ, ਜਿਹੜੇ ਇੱਥੇ ਪਿੰਡ ਵਾਲੇ ਨੇ ਜਾਂ ਹੋਰ ਆਵਾਜਾਈ ਦੇ ਵਿੱਚ ਦਿੱਕਤ ਆ ਰਹੀ ਹੈ, ਉਸ ਨੂੰ ਅੱਗੇ ਇਸੇ ਤਰੀਕੇ ਦੇ ਨਾਲ ਪੀਸਫੁਲ ਕਰਨ ਦੇ ਲਈ ਪੁਲਿਸ ਕਿਸ ਤਰੀਕੇ ਦੀ ਸਟ੍ਰੈਟੇਜੀ ਦੇ ਨਾਲ ਇਹਨਾਂ ਨੂੰ ਉਠਾਊਗੀ? ਜੀ ਫਿਲਹਾਲ ਜੋ ਮੈਨੂੰ ਇਨਫੋਰਮੇਸ਼ਨ ਆਈ ਹੈ ਸੜਕ ਕਲੀਅਰ ਹੋ ਗਈ ਹੈ ਤੇ ਸੜਕ ਅਸੀਂ ਬੱਚਿਆਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਅਸ਼ੋਰੈਂਸ ਦੇ ਕੇ ਇਹ ਕਲੀਅਰ ਕਰਾਈ ਹੈ ਕਿ ਪਹਿਲਾਂ ਵੀ ਪੁਲਿਸ ਉਹਨਾਂ ਦੇ ਨਾਲ ਹੀ ਸੀਗੀ ਤੇ ਹੁਣ ਵੀ ਪੁਲਿਸ ਉਹਨਾਂ ਦੇ ਨਾਲ ਹੀ ਹੈ। ਉਹਨਾਂ ਦੇ ਯੂਨੀਵਰਸਿਟੀ ਦੇ ਨਾਲ ਆਪਣੀ ਐਡਮਿਸ਼ਨ ਨੂੰ ਲੈ ਕੇ ਕੁਝ ਟੈਕਨੀਕਲ ਇਸ਼ੂਜ਼ ਨੇ। ਉਸ ਚੀਜ਼ ਬਾਰੇ ਐਡਮਿਨਿਸਟ੍ਰੇਸ਼ਨ ਦੇ ਥਰੂ ਨਰਸਿੰਗ ਕਾਉਂਸਲ ਨਾਲ ਤੇ ਜਿਹੜੇ ਪੰਜਾਬ ਦੀਆਂ ਅਥਾਰਟੀਜ਼ ਨੇ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਸ ਮਸਲੇ ਦਾ ਅਸੀਂ ਪੀਸਫੁਲ ਹੱਲ ਕੱਢ ਲਵਾਂਗੇ।
ਸੋ ਬੜੀ ਪੀਸਫੁਲ ਤਰੀਕੇ ਦੇ ਨਾਲ ਜਾਂ ਕਹਿ ਸਕਦੇ ਹਾਂ ਬੜੀ ਸੰਜੀਦਗੀ ਦੇ ਨਾਲ ਪੁਲਿਸ ਨੇ ਇਸ ਮਸਲੇ ਨੂੰ ਹੱਲ ਕੀਤਾ ਤੇ ਇਸ ਤੋਂ ਇਲਾਵਾ ਨਾਲ ਦੀ ਨਾਲ ਬੱਚਿਆਂ ਦਾ ਜਿਹੜਾ ਇਸ਼ੂ ਹੈ ਕਿਸੇ ਐਡਮਿਸ਼ਨ ਨੂੰ ਲੈ ਕੇ ਤਾਂ ਪੁਲਿਸ ਲਗਾਤਾਰ ਅਪੀਲ ਕਰਦੀ ਹੋਈ ਨਜ਼ਰ ਆ ਰਹੀ ਹੈ ਕਿ ਕੋਈ ਵੀ ਇੱਥੇ ਇਸ ਤਰੀਕੇ ਦੀ ਗੈਰ ਕਾਨੂੰਨੀ ਹਰਕਤ ਨਾ ਕੀਤੀ ਜਾਵੇ ਤਾਂ ਜੋ ਕਾਰਵਾਈ ਕਰਨੀ ਪਵੇ। ਬੱਚਿਆਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਜੋ ਪ੍ਰੋਟੈਸਟ ਹੈ ਉਹ रोड ਨੂੰ साफ करके या फिर यूनिवर्सिटी के बाहर आके किया जाए। ये बताइए कि धरने पे क्यों बैठे थे और एक बात में एक बंदा बोले। हमने पहले डीबीयू में एडमिशन किया था, तब हमें कुछ नहीं पता था यहाँ का। हमने डीबीआई में एडमिशन किया था तो हमें 1.5 साल बाद पता चला। पहले हमें लड़कियों को अलग किया, बोल रहे ये सेक्शन है, हमें कोई पता नहीं था। मसला क्या है कि क्यों आप लोग धरने पे? वही बोल रहे हैं मैं, इन्होंने बोला कि ये सेक्शन है तो हम चुप करके बैठे। जब फिर बॉयज इन्होंने बोला था हम इसलिए आपको अलग कर रहे हैं, हमें प्रमोट करने पहले आप लोगों को पहले बॉयज गर्ल्स इकट्ठे पढ़ते थे वो अलग किया गया। 1.5 साल तक हमने एग्जाम भी साथ दिया। हाँ, हमने यहाँ पे एग्जाम भी दिया 1.5 साल साथ में, हम को एजुकेशन में थे। फिर 1.5 साल के बाद इन्होंने हमारी ERP चेंज की तो हम वहाँ गए तो इन्होंने बोला ये कोई टेक्निकल इशू है, तो वो फिर आधे घंटे में इन्होंने ठीक किया। फिर 1.5 साल बाद इन्होंने हमें सेक्शन किया, बोला कि ये हम गर्ल्स को प्रमोट कर रहे हैं एजुकेशन को। फिर हमें पता चलता है कि एसलॉग कॉलेज बना रहे, न जिसकी PNRC है न INC है, कोई रजिस्ट्रेशन है ही नहीं इसको। अच्छा, मसला ये नहीं है कि आपको को एजुकेशन वो तो चल ही रहा था, वो आपको कोई नहीं है कि अकेले कोई इशू नहीं है सर, हमें मेन डिग्री से इशू है क्योंकि हमारे पास ना INC की रजिस्ट्रेशन है ना PNRC की रजिस्ट्रेशन है। सर दैट्स द मेन इशू।